ਗੁੱਡ ਮਾਰਨਿੰਗ ਬੇਟਾ। ਪੰਜਾਬੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਕ ਕਿਰਨਾਂ ਵਿੱਚੋਂ ਭਾਈ ਵੀਰ ਸਿੰਘ ਜੀ ਦੁਆਰਾ ਰਚਿਤ ਕਵਿਤਾ ਸਮਾਂ ਪੜ੍ਹਾਂਗੇ। ਕਵਿਤਾ ਪੜ੍ਹਨ ਤੋਂ ਪਹਿਲਾਂ ਆਪਾਂ ਭਾਈ ਵੀਰ ਸਿੰਘ ਜੀ ਦੀ ਸ਼ਖਸੀਅਤ ਅਤੇ ਰਚਨਾ ਬਾਰੇ ਥੋੜ੍ਹਾ ਜਾਣ ਲਈਏ। ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਵਿੱਚ ਹੋਇਆ। ਆਪ ਜੀ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਕਵੀ ਹਨ, ਮੋਢੀ ਫਾਊਂਡਰ ਕਵੀ ਹਨ। ਪੰਜਾਬੀ ਦੀ ਜਿਹੜੀ ਆਧੁਨਿਕ ਪੰਜਾਬੀ ਕਵਿਤਾ ਹੈ ਭਾਈ ਵੀਰ ਸਿੰਘ ਜੀ ਤੋਂ ਸ਼ੁਰੂ ਹੁੰਦੀ ਹੈ। ਭਾਈ ਸਾਹਿਬ ਦੀ ਕਵਿਤਾ ਵਿਚਾਰ ਦੀ ਕਵਿਤਾ ਹੈ, ਵਿਚਾਰ ਪ੍ਰਧਾਨ ਕਵਿਤਾ ਹੈ। ਇਹ ਗੁਰਬਾਣੀ ਤੋਂ ਪ੍ਰਭਾਵਿਤ ਹੈ। ਉਹ ਆਪਣੀ ਕਵਿਤਾ ਵਿੱਚ ਫਰਸ਼ ਤੋਂ ਉੱਠ ਕੇ ਅਰਸ਼ 'ਤੇ ਪਹੁੰਚਣ ਵਾਲੇ ਵਿਚਾਰ ਨੂੰ ਆਪਣੀ ਕਵਿਤਾ ਵਿੱਚ ਪ੍ਰਗਟਾਉਂਦੇ ਹਨ। ਪ੍ਰਕਿਰਤੀ ਨੂੰ ਅਧਿਆਤਮਕ ਵਿਚਾਰ ਪੇਸ਼ ਕਰਨ ਦੇ ਮਾਧਿਅਮ ਦੇ ਰੂਪ ਵਿੱਚ ਵਰਤਿਆ ਗਿਆ ਹੈ। ਭਾਵ ਪ੍ਰਕਿਰਤੀ ਨੂੰ ਰੱਬੀ ਰੂਪ ਜਾਂ ਰੱਬ ਦੇ ਵਿਚਾਰਾਂ ਨਾਲ ਜੋੜਿਆ ਗਿਆ ਹੈ ਅਤੇ ਪ੍ਰਕਿਰਤੀ ਨੂੰ ਉਸ ਪਰਮਾਤਮਾ ਸੰਬੰਧੀ ਵਿਚਾਰ ਪੇਸ਼ ਕਰਨ ਦਾ ਇੱਕ ਸਾਧਨ ਮੰਨਿਆ ਗਿਆ ਹੈ। ਭਾਈ ਸਾਹਿਬ ਨੇ ਨਨਦ ਭਰਜਾਈ, ਰਾਣਾ ਸੂਰਤ ਸਿੰਘ, ਮਟਕ ਹੁਲਾਰੇ, ਬਿਜਲੀਆਂ ਦੇ ਹਾਰ, ਲਹਿਰਾਂ ਦੇ ਹਾਰ, ਪ੍ਰੀਤ ਵੀਨਾ, ਕੰਬ ਦੀ ਕਲਾਈ, ਮੇਰੇ ਸਾਈਆਂ ਜੀਓ ਅਤੇ ਕਈ ਹੋਰ ਕਾਵਿ ਪੁਸਤਕਾਂ ਦੀ ਰਚਨਾ ਕੀਤੀ ਹੈ। ਆਓ ਆਪਾਂ ਕਵਿਤਾ ਪੜ੍ਹਦੇ ਹਾਂ। ਕਵਿਤਾ ਦਾ ਸਿਰਲੇਖ ਹੈ ਜਾਂ ਸ਼ੀਰਸ਼ਕ ਹੈ ਸਮਾਂ। ਇਸ ਕਵਿਤਾ ਵਿੱਚ ਭਾਈ ਵੀਰ ਸਿੰਘ ਜੀ ਨੇ ਦੱਸਿਆ ਹੈ ਕਿ ਸਮਾਂ ਨਿਰੰਤਰ ਗਤੀਸ਼ੀਲ ਹੈ। ਭਾਵ ਸਮਾਂ ਲਗਾਤਾਰ ਚੱਲਦਾ ਰਹਿੰਦਾ ਹੈ। ਇਹ ਕਦੇ ਰੁਕਦਾ ਨਹੀਂ, ਨਾ ਹੀ ਮੁੜ ਕੇ ਵਾਪਸ ਆਉਂਦਾ ਹੈ। ਇਸ ਲਈ ਸਮੇਂ ਦਾ ਸਦਉਪਯੋਗ ਕਰਨਾ ਚਾਹੀਦਾ ਹੈ। ਇਸ ਕਵਿਤਾ ਰਾਹੀਂ ਭਾਈ ਵੀਰ ਸਿੰਘ ਜੀ ਸਮੇਂ ਦੇ ਮਹੱਤਵ ਨੂੰ ਪੇਸ਼ ਕਰ ਰਹੇ ਹਨ। ਭਾਈ ਵੀਰ ਸਿੰਘ ਜੀ ਇਸਤਰੀ ਰੂਪ ਵਿੱਚ ਕਹਿੰਦੇ ਹਨ, ਰਹੀ ਵਾਸਤੇ ਘੱਤ ਮੈਂ ਸਮੇਂ ਅੱਗੇ ਤਰਲੇ ਪਾਉਂਦੀ ਰਹੀ। ਵਾਸਤੇ ਘੱਤ ਨਾ ਤਰਲੇ ਪਾਉਣਾ। ਸਮੇਂ ਨੇ ਇੱਕ ਨਾ ਮੰਨੀ। ਮੈਂ ਸਮੇਂ ਦੇ ਅੱਗੇ ਮਿੰਨਤਾਂ ਕਰਦੀ ਰਹੀ, ਤਰਲੇ ਪਾਉਂਦੀ ਰਹੀ, ਪਰ ਸਮੇਂ ਨੇ ਮੇਰੀ ਇੱਕ ਨਹੀਂ ਮੰਨੀ, ਮੇਰੀ ਗੱਲ ਨਹੀਂ ਮੰਨੀ। ਸਮਾਂ ਵਕਤ ਟਾਈਮ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਮੈਂ ਖਿੱਚ ਕੇ ਫੜਦੀ ਰਹੀ, ਤਰੀਕ ਨਾ ਖਿੱਚਣਾ। ਮੈਂ ਸਮੇਂ ਨੂੰ ਫੜ ਕੇ ਰੱਖਣ ਦੀ ਕੋਸ਼ਿਸ਼ ਕੀਤੀ, ਸਮੇਂ ਖਿਸਕਾਈ ਕੰਨੀ, ਪਰ ਸਮੇਂ ਨੇ ਆਪਣਾ ਪੱਲਾ ਛੁਡਾ ਲਿਆ। ਭਾਵ ਸਮਾਂ ਕਿਸੇ ਦੇ ਰੋਕਣ ਨਾਲ ਰੁਕਦਾ ਨਹੀਂ, ਉਹ ਨਿਰੰਤਰ ਚੱਲਦਾ ਰਹਿੰਦਾ ਹੈ। ਜੇ ਅਸੀਂ ਤਰਲੇ ਮਿੰਨਤਾਂ ਕਰਕੇ ਸਮੇਂ ਨੂੰ ਰੋਕਣ ਦੀ ਕੋਸ਼ਿਸ਼ ਕਰੀਏ ਤਾਂ ਸਮਾਂ ਰੁਕਦਾ ਨਹੀਂ। ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ। ਮੈਂ ਕਿਸੇ ਵੀ ਤਰ੍ਹਾਂ ਨਾਲ ਸਮੇਂ ਨੂੰ ਰੋਕ ਨਾ ਸਕੀ। ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਸਮੇਂ ਨੂੰ ਰੋਕ ਲਵਾਂ, ਪਰ ਸਮਾਂ ਤਾਂ ਆਪਣੀ ਆਦਤ ਅਨੁਸਾਰ ਨਿਰੰਤਰ ਚੱਲਦਾ ਰਹਿੰਦਾ ਹੈ। ਕਿਸੇ ਤਰ੍ਹਾਂ ਵੀ ਮੈਂ ਸਮੇਂ ਨੂੰ ਨਾ ਰੋਕ ਸਕੀ। ਅਟਕ ਜੋ ਪਾਈ। ਮੈਂ ਸਮੇਂ ਦੇ ਰਾਸਤੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਕਾਮਯਾਬ ਨਾ ਹੋ ਸਕੀ। ਭੰਨੀ ਮਤਲਬ ਮੈਂ ਸਮੇਂ ਨੂੰ ਰੋਕਣ ਵਿੱਚ ਕਾਮਯਾਬ ਨਾ ਹੋ ਸਕੀ। ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਸਮਾਂ ਜਿਹੜਾ ਹੈ ਉਹ ਨਿਰੰਤਰ ਚੱਲਦਾ ਰਹਿੰਦਾ ਹੈ। ਸਮੇਂ ਦੀ ਜਿਹੜੀ ਗਤੀ ਹੈ, ਵੇਗ ਗਤੀ, ਉਹ ਤੇਜ਼ ਹੈ। ਭਾਵ ਸਮਾਂ ਆਪਣੇ ਹਿਸਾਬ ਨਾਲ ਚੱਲਦਾ ਹੈ। ਗਿਆ ਟੱਪ ਬੰਨੇ ਬੰਨੀ। ਸਮਾਂ ਜਿਹੜਾ ਹੈ ਸਾਰੇ ਹੱਦ ਬੰਨੇ ਤੋੜ ਕੇ ਟੱਪ ਗਿਆ। ਸਾਰੇ ਬਨੇਰੇ ਛੱਤਾਂ ਟੱਪਦਾ ਹੋਇਆ ਭੱਜਦਾ ਗਿਆ। ਭਾਵ ਸਮਾਂ ਕਿਸੇ ਦੇ ਰੋਕਿਆਂ ਨਹੀਂ ਰੁਕਦਾ। ਉਹ ਆਪਣੀ ਗਤੀ ਦੇ ਅਨੁਸਾਰ, ਆਪਣੀ ਚਾਲ ਦੇ ਅਨੁਸਾਰ
ਚੱਲਦਾ ਹੀ ਗਿਆ। ਸਮੇਂ ਦੀ ਗਤੀ ਤੇਜ਼ ਹੁੰਦੀ ਹੈ, ਤਰੀਕੇ ਤੇਜ਼। ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉੜਨਦਾ ਜਾਮਦਾ। ਇਹਨਾਂ ਸਤਰਾਂ ਵਿੱਚ ਭਾਈ ਵੀਰ ਸਿੰਘ ਜੀ ਕਹਿਣਾ ਚਾਹੁੰਦੇ ਹਨ ਮਨੁੱਖ ਨੂੰ ਕਿ ਹੇ ਮਨੁੱਖ, ਹਜੇ ਵੀ ਵਕਤ ਹੈ, ਹਜੇ ਵੀ ਸੰਭਲ ਜਾ ਅਤੇ ਇਸ ਸਮੇਂ ਨੂੰ ਸੰਭਾਲ ਲੈ। ਅਜੇ ਸੰਭਾਲ ਇਸ ਸਮੇਂ ਨੂੰ, ਤੂੰ ਹੋਸ਼ ਕਰ। ਭਾਈ ਵੀਰ ਸਿੰਘ ਜੀ ਮਨੁੱਖ ਨੂੰ ਸੁਚੇਤ ਕਰਦੇ ਹੋਏ ਕਹਿੰਦੇ ਹਨ ਕਿ ਹੇ ਮਨੁੱਖ, ਹਜੇ ਵੀ ਸਮਾਂ ਹੈ, ਤੂੰ ਆਪਣੇ ਵਰਤਮਾਨ ਸਮੇਂ ਨੂੰ ਚੰਗੀ ਤਰ੍ਹਾਂ ਸੰਭਾਲ ਲੈ। ਕਰ ਸਫਲ, ਆਪਣੇ ਜੀਵਨ ਨੂੰ ਸਫਲ ਕਰ। ਉੜਨਦਾ ਜਾਮਦਾ, ਇਹ ਸਮਾਂ ਤਾਂ ਉੱਡਦਾ ਹੀ ਜਾ ਰਿਹਾ ਹੈ, ਨਿਰੰਤਰ ਤੁਰਦਾ ਹੀ ਜਾ ਰਿਹਾ ਹੈ, ਇਹਨੇ ਰੁਕਣਾ ਨਹੀਂ। ਇਹ ਠਹਿਰਨ ਜਾਚ ਨਾ ਜਾਣਦਾ, ਸਮਾਂ ਜਿਹੜਾ ਹੈ ਇਹ ਰੁਕਣ ਦੀ ਤਰਕੀਬ ਜਾਂ ਢੰਗ ਨਹੀਂ ਜਾਣਦਾ। ਲੰਘ ਗਿਆ ਨਾ ਮੁੜ ਕੇ ਆਉਂਦਾ, ਜੇ ਇੱਕ ਵਾਰ ਸਮਾਂ ਬੀਤ ਗਿਆ ਤਾਂ ਉਹ ਵਾਪਸ ਨਹੀਂ ਆਉਂਦਾ। ਇਹ ਇਸ ਲਈ ਮਨੁੱਖ ਨੂੰ ਸਮੇਂ ਦੇ ਅਨੁਸਾਰ, ਸਮੇਂ ਵਾਂਗ ਨਿਰੰਤਰ ਗਤੀਸ਼ੀਲ ਰਹਿਣਾ ਚਾਹੀਦਾ ਹੈ। ਆਪਣਾ ਕੀਮਤੀ ਸਮਾਂ ਵਿਅਰਥ ਨਹੀਂ ਗਵਾਉਣਾ ਚਾਹੀਦਾ, ਸਮੇਂ ਦਾ ਸਦਉਪਯੋਗ ਕਰਨਾ ਚਾਹੀਦਾ ਹੈ। ਇਸ ਕਵਿਤਾ ਵਿੱਚ ਕਵੀ ਨੇ ਸਮੇਂ ਦੇ ਸਦਉਪਯੋਗ ਬਾਰੇ ਦੱਸਿਆ ਹੈ ਕਿ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਰਤਮਾਨ ਸਮੇਂ ਨੂੰ ਸੰਭਾਲ ਕੇ ਰੱਖੇ, ਸਮੇਂ ਦੇ ਅਨੁਸਾਰ ਚੱਲੇ, ਜੇ ਉਸਨੇ ਜ਼ਿੰਦਗੀ ਵਿੱਚ ਸਫਲ ਹੋਣਾ ਹੈ। ਧੰਨਵਾਦ ਬੇਟਾ।